सतनाम करता पुरख निरभउ निर्वैर अकाल मूरत अजूनी सैभं गुर प्रसाद जिता जियो पिंड सब तेरा तू अंतर जामी पुरख भगवान दासन दास कह जन नानक जिहा तू कराहे तिहा हों करी वखियाण दासन दास कह जन नानक जिहा तू कराहे तिहा हों करी वखियाण गुर नानक पद पंकज बंदन पाद पंकज बंदन सिमरन अंगद दुख निकंदन गुर अमरदास हृदय नित त्याग हृदय नित त्याग गुरु रामदास गुण गान गुरु अर्जन विघ्न के नासक विघ्न के नासक गुरु हरगोबिंद शुभ सुमत प्रकाशक श्री हर राय नमो कर जोरी नमो कर जोरी श्री हर कृष्ण मनाओ बहोरी गुरु तेग बहादुर परम किरपाला जी परम किरपाला गुरु गोबिंद सिंह बिसाला तरों तारा पर पुन पुन सीसा जी पुन पुन सीसा बंदों बार बार जगदीशा तरों तारा पार पुन पुन सीसा जी पुन पुन सीसा बंदों बार बार जगदीशा जिसमें अमृत ज्ञान है माणक भगत बैराग श्री गुरु ग्रंथ साहिब उदद बंदों कार्य अनुराग एक ओंकारा सतगुरु जे प्रसाद सच होए वाहिगुरु जी की फतेह है विघ्न विनाशन सोए एक ओंकारा सतगुरु
ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਚੌਪਈ। ਸ੍ਰੀ ਗੁਰੂ ਨਾਨਕ ਕਿਰਪਾ ਨਿਧਾਨਾ। ਯੋ ਉਪਦੇਸਿਓ ਤਤ ਗਿਆਨਾ। ਕੇਤਕ ਬਹੁਰ ਬਿਤਾਇਓ ਕਾਲਾ। ਸੇਵੇ ਲਹਿਣਾ ਭਾਉ ਬਿਸਾਲਾ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੋਗਾ ਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੌਪਈ। ਸ੍ਰੀ ਗੁਰੂ ਨਾਨਕ ਕਿਰਪਾ ਨਿਧਾਨਾ। ਯੋ ਉਪਦੇਸਿਓ ਤਤ ਗਿਆਨਾ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅਗਲਾ ਅਧਿਆਇ ਸ਼ੁਰੂ ਕਰਦਿਆਂ ਹੋਏ ਲਿਖਦੇ ਨੇ ਕਿ ਇਸ ਤਰ੍ਹਾਂ ਧੰਨ ਕਿਰਪਾ ਦੇ ਖਜ਼ਾਨੇ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਈ ਲਹਿਣਾ ਜੀ ਨੂੰ ਉਪਦੇਸ਼ ਦਿੱਤਾ। ਭਾਈ ਲਹਿਣਾ ਜੀ ਦੇ ਸਵਾਲਾਂ ਦਾ ਜਵਾਬ ਦਿੱਤਾ ਕਿ ਮੈਂ ਕੌਣ ਹਾਂ, ਤੇ ਸਤਿਗੁਰੂ ਜੀ ਨੇ ਪਿਛਲੇ ਅਧਿਆਇ ਦੇ ਵਿੱਚ ਉਹ ਸਾਰਾ ਸਮਝਾਇਆ ਕਿ ਭਾਈ ਤੁਸੀਂ ਜੋਤ ਸਰੂਪ ਹੋ। ਕੇਤਕ ਬਹੁਰ ਬਿਤਾਇਓ ਕਾਲਾ। ਸੇਵੇ ਲਹਿਣਾ ਭਾਉ ਬਿਸਾਲਾ। ਇਸ ਤਰ੍ਹਾਂ ਭਾਈ ਲਹਿਣਾ ਜੀ ਨੂੰ ਤੱਤ ਦਾ ਉਪਦੇਸ਼ ਦੇ ਕੇ ਉਸ ਤੋਂ ਬਾਅਦ ਕੁਝ ਸਮਾਂ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਗੁਰੂ ਸਾਹਿਬ ਜੀ ਨੇ ਹੋਰ ਬਤੀਤ ਕੀਤਾ। ਔਰ ਭਾਈ ਲਹਿਣਾ ਜੀ ਜਿਹੜੇ ਨੇ ਬੜੇ ਹੀ ਪ੍ਰੇਮ ਦੇ ਨਾਲ ਗੁਰੂ ਸਾਹਿਬ ਦੀ ਸੇਵਾ ਕਰ ਰਹੇ ਸਨ। ਜਿਉਂ ਤਾਰ ਸਾਖ ਨਿਵੈ ਫਲ ਪਾਈ। ਤੈਸੀ ਗਤ ਲਹਿਣੇ ਠਹਿਰਾਈ। ਕਵਿਰਾਜ ਨੇ ਇੱਥੇ ਉਦਾਹਰਣ ਦਿੱਤੀ ਹੈ ਕਿ ਜਿਵੇਂ ਰੁੱਖ ਨੂੰ ਜਦੋਂ ਫਲ ਲੱਗ ਜਾਣ ਤੇ ਉਹ ਸੁਭਾਵਕ ਹੈ ਕਿ ਜਿਹੜੇ ਟਾਹਣੀ ਨੂੰ ਫਲ ਲੱਗਦਾ ਹੈ ਉਹ ਫਿਰ ਝੁਕਦੀ ਹੈ। ਬਸ ਇਸੇ ਤਰ੍ਹਾਂ ਭਾਈ ਲਹਿਣਾ ਜੀ ਦੇ ਅੰਦਰ ਦੀ ਅਵਸਥਾ ਹੈ, ਉਹਨਾਂ ਨੂੰ ਸੇਵਾ ਦਾ ਫਲ ਲੱਗ ਚੁੱਕਿਆ ਸੀ ਔਰ ਅੰਦਰ ਪੂਰੀ ਤਰ੍ਹਾਂ ਦੇ ਨਾਲ ਨਿਮਰਤਾ ਦੇ ਵਿੱਚ ਜਿਹੜਾ ਉਹ ਚੁੱਕਿਆ ਹੋਇਆ ਹੈ। ਹੁਣ ਦੇਖ ਨਿਮਰਤਾ ਪਰਮ ਕਨੇਰੀ। ਦਿਨ ਪਰ ਪ੍ਰਤ ਕਿਰਪਾ ਸਵਾਏ ਬਥੇਰੀ। ਸਤਿਗੁਰੂ ਜੀ ਭਾਈ ਲਹਿਣਾ ਜੀ ਦੀ ਇੰਨੀ ਨਿਮਰਤਾ ਵੇਖ ਕੇ ਦਿਨ ਪ੍ਰਤੀ ਦਿਨ ਕਿਰਪਾ ਸਵਾਏ ਬਥੇਰੀ। ਸਵਾਏ ਦਾ ਅਰਥ ਵੈਸੇ ਹੁੰਦਾ ਬਹੁਤ ਜਾਂ ਜ਼ਿਆਦਾ, ਕਿਉਂਕਿ ਦੇਖੋ ਆਪਾਂ ਜਦੋਂ ਕਿਤੇ ਪ੍ਰਸ਼ਾਦ ਕੜਾਹ ਪ੍ਰਸ਼ਾਦ ਕੋਈ ਲੰਗਰ ਕੋਈ ਚੀਜ਼ ਲੈਣੀ ਹੋਵੇ ਥੋੜ੍ਹੀ, ਤੇ ਸ਼ਬਦ ਵਰਤਿਆ ਜਾਂਦਾ ਸਵਾਇਆ ਜਾ ਦਿਓ। ਸਵਾਏ ਦਾ ਅਰਥ ਥੋੜ੍ਹਾ ਨਹੀਂ ਹੁੰਦਾ, ਸਵਾਏ ਦਾ ਅਰਥ ਬਹੁਤਾ ਹੁੰਦਾ ਹੈ, ਕਿਉਂਕਿ ਖਾਲਸਾ ਹੀ ਬੋਲ ਵਾਲੇ ਨੇ। ਖਾਲਸਾ ਜਿਹੜਾ ਥੋੜ੍ਹੇ ਨੂੰ ਵੀ ਸਵਾਇਆ ਕਹਿੰਦਾ ਹੈ ਕਿ ਚੜ੍ਹਦੀ ਕਲਾ ਵਾਲੇ ਬੋਲ ਵਾਲੇ। ਕਹਿੰਦੇ ਦਿਨ ਪ੍ਰਤ ਕਿਰਪਾ ਸਵਾਏ ਬਥੇਰੀ।
ਗੁਰੂ ਸਾਹਿਬ ਦੀ ਦਿਨ ਪ੍ਰਤੀ ਦਿਨ ਜਿਹੜੀ ਕਿਰਪਾ ਹੈ ਹੋਰ ਜ਼ਿਆਦਾ ਵੱਧ ਰਹੀ ਹੈ। ਅਜ਼ਰ ਜਰਨ ਲੱਛਣ ਪਹਿਚਾਨਾ, ਅਧਿਕ ਪ੍ਰਸਿੱਧ ਸ਼੍ਰੀਗਤ ਦਾਨਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਦੋਂ ਦੇਖਿਆ ਕਿ ਜਿਹੜਾ ਨਾ ਸਹਾਰਿਆ ਜਾ ਸਕਣ ਵਾਲਾ ਹੈ, ਭਾਈ ਲਹਿਣਾ ਜੀ ਉਹਨੂੰ ਵੀ ਸਹਾਰ ਸਕਦੇ ਨੇ, ਅਜਰ ਨੂੰ ਜਰ ਸਕਦੇ ਨੇ। ਇਸ ਬਿਦ ਕੋ ਰੁਖ ਜੋ ਗੁਰ ਕੇ ਰਾਮ, ਦਿਨ ਪ੍ਰਤ ਬਦੈ ਸਰਬ ਨ ਹੇਰਾ। ਇਸ ਤਰ੍ਹਾਂ ਗੁਰੂ ਸਾਹਿਬ ਜੀ ਦਾ ਵੀ ਰੁਖ ਹੁਣ ਦਿਨ ਪ੍ਰਤੀ ਦਿਨ ਜਿਹੜਾ ਭਾਈ ਲਹਿਣਾ ਜੀ ਵੱਲ ਜਿਹੜਾ ਕਿਰਪਾ ਦੀ ਦ੍ਰਿਸ਼ਟੀ ਨਾਲ ਝੁਕਦਾ ਹੈ। ਇਹ ਵੇਖਣ ਵਾਲੇ ਵੀ ਵੇਖਦੇ ਨੇ, ਸਭ ਦੇਖਦੇ ਨੇ ਕਿ ਸਤਿਗੁਰੂ ਜੀ ਦਾ ਭਾਈ ਲਹਿਣਾ ਜੀ ਦੇ ਨਾਲ ਬਹੁਤਾ ਹੀ ਪਿਆਰ ਹੈ। ਮਿਲੇ ਪਰਸ ਪਾਰ ਕਹਿ ਬਣਾਏ, ਸਿਰੇ ਲਹਿਣੇ ਪਰ ਕਿਰਪਾ ਸੁਵਾਈ। ਆਪਸ ਵਿੱਚ ਮਿਲ ਕੇ ਇੱਕ ਦੂਜੇ ਨੂੰ ਕਹਿੰਦੇ ਨੇ ਸਿੱਖ ਕਿ ਭਾਈ ਲਹਿਣਾ ਜੀ ਤੇ ਗੁਰੂ ਸਾਹਿਬ ਦੀ ਬਹੁਤ ਕਿਰਪਾ ਹੈ, ਸੁਵਾਈ ਬਹੁਤ ਕਿਰਪਾ ਹੈ। ਅਨੁਮਾਨੇ ਤੇ ਪਰੈ ਲਖਾਈ, ਆਪਣੋ ਤਖਤ ਦੇਹ ਤਹਿ ਤਾਈ। ਸਿੱਖ ਆਪਸ ਵਿੱਚ ਇੱਕ ਦੂਜੇ ਨਾਲ ਗੱਲਾਂ ਕਰਕੇ ਕਹਿੰਦੇ ਨੇ, ਅੰਦਾਜ਼ੇ ਲਾਉਂਦੇ ਨੇ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪਣੇ ਤਖਤ 'ਤੇ ਭਾਈ ਲਹਿਣਾ ਜੀ ਨੂੰ ਬਿਠਾਉਣਗੇ। ਆਪਣੇ ਤੋਂ ਬਾਅਦ ਗੁਰੂ ਸਾਹਿਬ ਜੀ ਆਪਣੀ ਥਾਂ 'ਤੇ ਭਾਈ ਲਹਿਣਾ ਜੀ ਨੂੰ ਬਿਠਾ ਕੇ ਜਾਣਗੇ। ਸ੍ਰੀ ਚੰਦ ਸੁਤ ਲక్ష్ਮੀ ਦਾਸੰ, ਇਨਹੇ ਦੇ ਕਛ ਨਹਿ ਪ੍ਰਵਾਸੰ। ਸਿੱਖ ਇਹ ਵੀ ਆਪਸ ਵਿੱਚ ਕਹਿੰਦੇ ਨੇ ਕਿ ਗੁਰੂ ਸਾਹਿਬ ਦਾ ਵੱਡਾ ਪੁੱਤਰ ਹੈ ਬਾਬਾ ਸ਼੍ਰੀ ਚੰਦ ਜੀ, ਲక్ష్ਮੀ ਦਾਸ ਜੀ, ਇਹਨਾਂ ਨੂੰ ਇਹ ਗੱਦੀ ਦੇਣ ਇਹ ਕੋਈ ਜ਼ਰੂਰੀ ਨਹੀਂ ਲੱਗਦਾ ਨਹੀਂ ਕਿ ਦੇਣਗੇ। ਇਸ ਪ੍ਰਕਾਰ ਸ਼ੋਹਰਤ ਭਈ ਸਾਰੇ, ਬੈਠੇ ਆਪੇ ਵਿੱਚ ਵਿਚਾਰੇ। ਇਸ ਤਰ੍ਹਾਂ ਆਪਸ ਵਿੱਚ ਜਦੋਂ ਬੈਠੇ ਵਿਚਾਰ ਕਰਦੇ ਨੇ, ਗੱਲਾਂ ਕਰਦੇ ਨੇ, ਔਰ ਫਿਰ ਗੱਲਾਂ ਦੇ ਅੱਗੇ ਫੈਲਦੀਆਂ ਨੇ। ਇਹ ਗੱਲਾਂ ਸਾਰੇ ਪਾਸੇ ਚੱਲਣ ਲੱਗ ਪਈਆਂ। ਸਿੱਖੀ ਪਰਖੀ ਜਬੇ ਕਿਰਪਾਲਾ, ਨਿਸ਼ਚਲ ਰਹਿਓ ਸਰਬ ਹੀ ਕਾਲਾ। ਤੇ ਸਿੱਖ ਵੀ ਕਹਿੰਦੇ ਨੇ ਕਿਉਂ ਨਹੀਂ, ਕਿ ਗੁਰੂ ਸਾਹਿਬ ਜੀ ਨੇ ਇੰਨੀ ਸਿੱਖੀ ਪਰਖੀ, ਇੰਨੇ ਸਿੱਖਾਂ ਨੂੰ ਪਰਖਿਆ, ਹਜ਼ਾਰਾਂ ਦੀ ਗਿਣਤੀ ਵਿੱਚ ਭੀੜ ਲੱਗਣ ਲੱਗ ਗਈ ਸੀ ਕਿ ਜਿਨ੍ਹਾਂ ਵਿੱਚੋਂ ਕੇਵਲ ਤੇ ਕੇਵਲ ਇੱਕ ਭਾਈ ਲਹਿਣਾ ਜੀ ਜਿਹੜੇ ਨੇ ਉਹ ਨਿਸ਼ਚਲ ਰਹੇ, ਉਹ ਅਡੋਲ ਰਹੇ, ਉਹ ਨਹੀਂ ਘਬਰਾਏ, ਉਹ ਨਹੀਂ ਡੁੱਲੇ। ਯਾ ਤੇ ਦੇਣ ਨਿਆਏ ਹੈ ਤਾਹੀ, ਅਚਰਜ ਕਿਛ ਨਾ ਲਖੋ ਮਨ ਮਾਹੀ। ਸਿੱਖ ਇੱਕ ਦੂਜੇ ਨੂੰ ਕਹਿੰਦੇ ਨੇ ਭਾਈ। ਇਸ ਕਰਕੇ ਜਿਹੜਾ ਨਿਆਂ ਵੀ ਉਹ ਤੇ ਇਹ ਕਹਿੰਦਾ ਹੈ ਕਿ ਇਸ ਗੱਦੀ ਦੇ ਹੱਕਦਾਰ ਭਾਈ ਲਹਿਣਾ ਜੀ ਨੇ, ਤੇ ਜੇ ਭਾਈ ਲਹਿਣਾ ਜੀ ਨੂੰ ਦੇ ਜਾਣ ਦੇ ਵਿੱਚ ਅਚਰਜ ਨਹੀਂ ਸਮਝਣਾ ਚਾਹੀਦਾ। ਸੁਣੀ ਸੁਲੱਖਣੀ ਸੁਧ ਅਸ ਕਾਨਾ, ਹਿਰਦੇ ਉਪਜਿਓ ਸ਼ੋਭ ਮਹਾਨਾ। ਹੁਣ ਇਹ ਗੱਲਾਂ ਚਲਦੀਆਂ ਸਾਡੇ ਮਾਤਾ ਸੁਲੱਖਣੀ ਜੀ, ਬਾਬਾ ਸ਼੍ਰੀ ਚੰਦ ਜੀ, ਬਾਬਾ ਲక్ష్ਮੀ ਦਾਸ ਜੀ ਮਾਤਾ ਜੀ, ਉਹਨਾਂ ਦੇ ਕੰਨਾਂ ਵਿੱਚ ਵੀ ਪਈਆਂ। ਤੇ ਜਦੋਂ ਇਵੇਂ ਦੀਆਂ ਗੱਲਾਂ ਪਈਆਂ ਕਿ ਸ਼ਾਇਦ ਆਪਣੀ ਥਾਂ 'ਤੇ ਸ਼੍ਰੀ ਚੰਦ ਜੀ ਨੂੰ ਨਾ ਬਿਠਾ ਕੇ ਜਾ, ਲక్ష్ਮੀ ਦਾਸ ਜੀ ਛੋਟੇ ਨੇ, ਸ਼੍ਰੀ ਚੰਦ ਜੀ ਵੱਡੇ ਨੇ, ਸ਼ਾਇਦ ਇਹਨਾਂ 'ਚੋਂ ਕਿਸੇ ਨੂੰ ਨਾ ਬਿਠਾਉਣ। ਇਹ ਖਬਰਾਂ ਸੁਣ ਕੇ, ਗੱਲਾਂ ਸੁਣ ਕੇ ਮਾਤਾ ਜੀ ਜਿਹੜੇ ਕੁਛ ਦੁਖੀ ਵੀ ਹੋਏ, ਉਦਾਸ ਵੀ ਹੋਏ। ਚਿੰਤਾ ਤੁਰ ਹੋਏ ਤੂਰਨ ਆਈ, ਜਹ ਧਰਮਸਾਲ ਹੁਤੇ ਜਗ ਸਾਈ। ਜਦੋਂ ਇਵੇਂ ਦੀਆਂ ਗੱਲਾਂ ਸੁਣੀਆਂ, ਮਾਤਾ ਸੁਲੱਖਣੀ ਜੀ ਦੇ ਅੰਦਰ ਇੱਕ ਚਿੰਤਾ ਪੈਦਾ ਹੋਈ। ਉਹ ਚਿੰਤਾ ਦੇ ਨਾਲ ਚਿੰਤਿਤ ਹੋਏ ਜਿੱਥੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਧਰਮਸ਼ਾਲਾ ਵਿੱਚ ਬੈਠੇ ਸਨ, ਮਾਤਾ ਜੀ ਉੱਥੇ ਚੱਲ ਕੇ ਆ ਗਏ। ਦਵੈ ਸੁਤ ਬੈਠੇ ਤਹਾਂ ਸਮੀਪਾ, ਸੇਵੇ ਪਦ ਤੇਹਣ ਕੁਲਦੀਪਾ। ਜਦੋਂ ਮਾਤਾ ਜੀ ਆਏ ਤੇ ਮਾਤਾ ਜੀ ਦੇਖਦੇ ਨੇ ਦੋਵੇਂ ਪੁੱਤਰ ਬਾਬਾ ਸ਼੍ਰੀ ਚੰਦ, ਲక్ష్ਮੀ ਦਾਸ ਜੀ, ਉਹ ਸਤਿਗੁਰੂ ਜੀ ਦੇ ਕੋਲ ਹੀ ਬੈਠੇ ਸਨ। ਤੇ ਭਾਈ ਲਹਿਣਾ ਜੀ ਬੈਠੇ ਨੇ, ਪਰ ਭਾਈ ਲਹਿਣਾ ਜੀ ਗੁਰੂ ਸਾਹਿਬ ਦੇ ਚਰਨਾਂ ਤੋਂ ਕੁੱਟ ਰਹੇ ਸਨ, ਸੇਵਾ ਕਰ ਰਹੇ ਸਨ। ਔਰ ਸਿੱਖ ਕੇਤਕ ਨਿਜ ਕਾਨੇ,
ਤਹਿ ਚਲੇ ਆਏ ਮਨ ਮੁਰਝਾਨੇ। ਹੋਰ ਵੀ ਉੱਥੇ ਬਹੁਤ ਸਾਰੇ ਸਿੱਖ ਸਨ, ਬਾਬਾ ਬੁੱਢਾ ਜੀ ਵਰਗੇ, ਇੱਕ ਤੋਂ ਇੱਕ ਚੜ੍ਹਦੀ ਕਲਾ ਵਾਲੇ ਸਿੱਖ ਵੀ ਸਨ। ਉੱਥੇ ਮਾਤਾ ਸੁਲੱਖਣੀ ਜੀ ਜਦੋਂ ਆਏ ਨੇ, ਬੈਠ ਸਮੀਪ ਕਹੀ ਅਸਬਾਨੀ, ਸੁਣ ਸ੍ਰੀ ਚੰਦ ਪਿਤਾ ਗੁਣ ਖਾਨੀ। ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਕੇ ਮਾਤਾ ਜੀ ਕੋਲ ਬੈਠੇ ਨੇ ਤੇ ਬੈਠਦੇ ਨਾਲ ਹੱਥ ਜੋੜ ਕੇ ਬੇਨਤੀ ਕਰਕੇ ਕਹਿੰਦੇ ਨੇ ਕਿ ਹੇ ਸ੍ਰੀ ਚੰਦ ਦੇ ਪਿਤਾ ਜੀ, ਗੁਣਾਂ ਦੀ ਖਾਨ, ਮੇਰੀ ਬੇਨਤੀ ਸੁਣੋ। ਕਿਉਂ ਵਿਪਰੀਤ ਆਪ ਮਨ ਠਾਨੀ, ਕਰੋ ਰੀਤ ਜਗ ਪਰਮ ਸੁਹਾਨੀ। ਹੁਣ ਜਿਵੇਂ ਦੀਆਂ ਗੱਲਾਂ ਸੁਣੀਆਂ ਸਾਨੂੰ ਉਵੇਂ ਦੇ ਆ ਕੇ ਬਚਨ ਕਰ ਦਿੱਤੇ ਕਿ ਸਤਿਗੁਰੂ ਜੀ, ਤੁਸੀਂ ਕਿਉਂ ਦੁਨੀਆ ਦੇ ਨਾਲੋਂ ਵਿਪਰੀਤ ਗੱਲ ਜਿਹੜੀ ਠਾਣ ਲਈ ਹੈ, ਦੁਨੀਆ ਦੇ ਨਾਲੋਂ ਵਿਪਰੀਤ ਕਿਉਂ ਕਰ ਲੱਗੇ ਹੋ, ਉਲਟਾ ਕਿਉਂ ਕਰ ਲੱਗੇ ਹੋ। ਸਭ ਬਿਦ ਲਾਇਕ ਤਾਤ ਤੁਮਾਰੇ, ਪ੍ਰੀਤ ਨ ਕਰੋ ਤਿਨੂੰ ਸੰਗਾਰੇ। ਕਿਉਂਕਿ ਦੁਨੀਆ ਦੀ ਤਾਂ ਇਹ ਰੀਤ ਹੈ, ਪਰ ਇਹ ਰੀਤ ਬਾਦਸ਼ਾਹਾਂ ਦੀ ਹੈ। ਇਹ ਦੁਨਿਆਵੀ ਰਾਜ ਭਾਗ ਦੀ ਹੋ ਸਕਦੀ ਹੈ ਕਿ ਇੱਕ ਰਾਜਾ ਆਪਣੇ ਪੁੱਤਰ ਨੂੰ ਹੀ ਤਖਤ 'ਤੇ ਬਿਠਾਉਂਦਾ ਹੈ। ਮਾਤਾ ਜੀ ਕਹਿੰਦੇ ਨੇ ਮੇਰੇ ਪੁੱਤਰ ਦੋਵੇਂ ਨੇ, ਹਰ ਤਰ੍ਹਾਂ ਦੇ ਨਾਲ ਉਹ ਲਾਇਕ ਨੇ, ਕਿ ਤੁਸੀਂ ਉਹਨਾਂ ਨੂੰ ਪਿਆਰ ਨਹੀਂ ਕਰਦੇ। ਹੁਣ ਦੇਖੋ, ਪਿਆਰ ਦੇ ਪਕੜ ਵਿੱਚ ਬੜਾ ਫਰਕ ਹੈ। ਪਿਆਰ ਦਾ ਮਤਲਬ ਇਹ ਨਹੀਂ ਕਿ ਜੋ ਕੁਝ ਨਹੀਂ ਕਰਨਾ ਚਾਹੀਦਾ ਉਹ ਵੀ ਪੁੱਤਰ ਨੂੰ ਕਰਦੇ ਰਹਿਣ। ਪਿਤਾ ਵਾਲਾ ਪਿਆਰ ਤੇ ਕਰਦੇ ਨੇ, ਪਰ ਉਹ ਪਕੜ ਨਹੀਂ। ਔਰ ਇਹ ਜਿਹੜੀ ਜੋਤ ਗੁਰੂ ਸਾਹਿਬ ਨੇ ਟਿਕਾਉਣੀ, ਇਹ ਕੋਈ ਸੰਸਾਰ ਦਾ ਤਖਤ ਨਹੀਂ, ਕਿਸੇ ਰਾਜੇ ਬਾਦਸ਼ਾਹ ਦਾ ਤਖਤ ਨਹੀਂ ਕਿ ਪੁੱਤਰ ਨੂੰ ਹੀ ਬਿਠਾਉਣਾ ਹੈ। ਪਰ ਮਾਤਾ ਜੀ ਕਹਿੰਦੇ ਨੇ, ਜਗ ਮੈਂ ਜਿਨ ਤੇ ਬੰਸ ਬਧੇਰਾ, ਸੋ ਜਸ ਹੋਏ ਸਭ ਵਿਖੇ ਕਨੇਰਾ। ਕਿ ਸਤਿਗੁਰੂ ਜੀ ਆਪਣੇ ਦੋਵੇਂ ਪੁੱਤਰ ਨੇ, ਜਿਨ੍ਹਾਂ ਤੋਂ ਅੱਗੇ ਆਪਣਾ ਵੰਸ਼ ਵਧਣਾ ਹੈ ਤੇ ਵੰਸ਼ ਦੇ ਨਾਲ ਹੀ ਸ਼ੋਭਾ ਵੱਧਦੀ ਹੈ। ਰਹੇ ਨਾਮ ਜਿਨ ਤੇ ਬਖਿਆਤੇ, ਅਮਕੇ ਕੀ ਕੁਲ ਜਗਤ ਸੁਹਾਤੇ। ਕਿ ਸਤਿਗੁਰੂ ਜੀ ਅੱਗੇ ਪੁੱਤਰਾਂ ਤੋਂ ਫਿਰ ਨਾਮ ਪ੍ਰਗਟ ਹੁੰਦਾ ਹੈ ਕਿ ਇਹ ਫਲਾਣੇ ਦੀ ਕੁਲ ਹੈ, ਫਲਾਣੇ ਦਾ ਪੁੱਤਰ ਹੈ, ਤੁਹਾਡਾ ਨਾਂ ਇਹਨਾਂ ਕਰਕੇ ਅੱਗੇ ਚੱਲਣਾ ਹੈ। ਅਸ ਗੁਣਕਾਰ ਸੁਤਨ ਕੋ ਤਿਆਗਾ, ਕਰੋ ਦਾਸ ਪਰ ਬਹੁ ਅਨੁਰਾਗਾ। ਇੰਨੇ ਗੁਣੀ ਮੇਰੇ ਪੁੱਤਰ ਨੇ ਤੇ ਪੁੱਤਰਾਂ ਨੂੰ ਤੁਸੀਂ ਪਿਆਰ ਨਹੀਂ ਕਰਦੇ, ਇਹਨਾਂ ਨੂੰ ਤਿਆਗ ਦਿੱਤਾ ਹੈ ਕਿ ਪੁੱਤਰਾਂ ਦੀ ਥਾਂ 'ਤੇ ਉਹਨਾਂ ਤੋਂ ਜ਼ਿਆਦਾ ਆਪਣੇ ਸੇਵਕਾਂ ਨੂੰ ਤੁਸੀਂ ਪਿਆਰ ਕਰਦੇ ਹੋ। ਦੋਹਰਾ ਬਹੁਰ ਕਲਾ ਨਿਜ ਵਸਤ ਜੋ, ਤਈ ਚਹਿਤ ਹੋ ਤਾਹੇ। ਆਪਣੀ ਜਿਹੜੀ ਵਸਤੂ ਸ਼ਕਤੀ ਹੈ ਉਹ ਤੁਸੀਂ ਕਿਸੇ ਸੇਵਕ ਨੂੰ ਦੇਣਾ ਚਾਹੁੰਦੇ ਹੋ। ਤਾਤਨ ਤੇ ਅਧਿਕਾਏ ਕਰ, ਬੈਠਾਰੋ ਜਗ ਮਾਹੇ। ਆਪਣੇ ਪੁੱਤਰਾਂ ਤੋਂ ਵੱਡਾ ਕਰਕੇ ਕਿਸੇ ਸੇਵਕ ਨੂੰ ਆਪਣੀ ਥਾਂ 'ਤੇ ਬਿਠਾਓਗੇ। ਅਵਤਾਰਦਤ ਭਏ ਅਗਾਰੀ, ਕਿਨਹੂ ਨਾ ਕਾਬੂ ਐਸੇ ਮਤ ਧਾਰੀ। ਇਹ ਪਹਿਲਾਂ ਦੁਨੀਆ ਦੇ ਵਿੱਚ ਜੋ ਕੁਝ ਹੁੰਦਾ ਹੋਇਆ ਹੈ, ਵਰਤਾਰਾ ਇਸੇ ਤਰ੍ਹਾਂ ਦਾ ਨਾ ਕਿ ਆਪਣਾ ਉੱਤਰਾਧਿਕਾਰੀ ਜਿਹੜੇ ਆਪਣੇ ਪੁੱਤਰਾਂ ਨੂੰ ਬਣਾਇਆ ਜਾਂਦਾ ਹੈ। ਔਰ ਦੇਖੋ, ਇੱਕ ਬੇਨਤੀ ਹੋਰ ਕਰਦੇ ਆ, ਗੁਰੂ ਸਾਹਿਬ ਨੇ ਗੁਰਤਾ ਗੱਦੀ ਦੇਣੀ ਹੈ, ਪੁੱਤਰਾਂ ਦਾ ਹੱਕ ਨਹੀਂ ਕਿਸੇ ਨੂੰ ਦੇਣਾ। ਜਿਹੜੀ ਜ਼ਮੀਨ ਹੈ, ਜਾਇਦਾਦ ਹੈ, ਉਹ ਪੁੱਤਰਾਂ ਦੇ ਕੋਲ ਹੀ ਰਹਿਣੀ ਹੈ। ਔਰ ਗੁਰੂ ਸਾਹਿਬ ਜੀ ਨੇ ਜਿਸ ਦਿਨ ਗੁਰਤਾ ਗੱਦੀ ਦੇਣੀ ਹੈ, ਇੱਕ ਤੋਂ ਬਾਣੀ ਵਾਲੀਆਂ ਪੋਥੀਆਂ ਦੇਣੀਆਂ ਨੇ ਤੇ ਸਤਿਗੁਰੂ ਜੀ ਨੇ ਕਹਿਣਾ ਹੁਣ ਭਾਈ ਤੂੰ ਚਲੇ ਜਾਓ। ਕੋਈ ਜ਼ਮੀਨ ਜਾਇਦਾਦ ਥੋੜ੍ਹੀ ਦਿੱਤੀ, ਉਹ ਪੁੱਤਰਾਂ ਦਾ ਹੱਕ ਜਿਹੜਾ ਹੈ ਉਹ ਤਾਂ ਉੱਥੇ ਰਹਿਣਾ ਹੀ ਹੈ। ਪਰ ਮਾਤਾ ਜੀ ਦੇ ਆਪਣੇ ਅੰਦਰ ਦੀ ਚਿੰਤਾ ਕਿ ਆਪਣੀ ਥਾਂ 'ਤੇ ਪੁੱਤਰਾਂ ਤੋਂ ਵਧੇਰੇ ਕਿਸੇ ਨੂੰ ਸਮਝ ਕੇ ਉਹਨਾਂ ਨੂੰ ਬਿਠਾਓਗੇ, ਇਹ ਤਾਂ ਦੁਨੀਆ ਤੋਂ ਉਲਟ ਕੰਮ ਹੋਏਗਾ। ਬਾਤ ਨਾ ਨਿੱਕੀ ਲਿਓ ਵਿਚਾਰੇ, ਜੋ ਹਿਰਦਿਓਂ ਚਾਹੇ ਤੁਮਾਰੀ। ਮਾਤਾ ਜੀ ਕਹਿੰਦੇ ਨੇ ਕਿ ਸਤਿਗੁਰੂ ਜੀ, ਇਹ ਜਿਹੜੀ ਤੁਸੀਂ ਗੱਲ ਤੁਹਾਡੇ ਅੰਦਰ ਚੱਲ ਰਹੀ ਹੈ ਨਾ, ਇਹ ਠੀਕ ਨਹੀਂ, ਇਹਦੇ 'ਤੇ ਵਿਚਾਰ ਫਿਰ ਕਰ ਲੈਣੀ ਚਾਹੀਦੀ ਹੈ। ਸੰਤਤ ਚਿਤ ਮੈਂ ਤਪ ਹੈ ਨਿਤੇ,
ਸੁਖ ਨਹਿ ਪਾਵੈ ਭਿਖੇ ਅਨਿਤੀ। ਇਹ ਅਨਿਤੀ ਹੈ, ਨੀਤੀ ਨਹੀਂ ਕਿ ਆਪਣੀ ਸੰਤਾਨ ਅੱਗੇ ਜਾ ਕੇ ਭਾਵੇਂ ਦੁੱਖ ਭੋਗੇ, ਉਹਨਾਂ ਨੂੰ ਭਾਵੇਂ ਸੁੱਖ ਨਾ ਮਿਲੇ, ਪਰ ਆਪਣੀ ਥਾਂ 'ਤੇ ਕਿਸੇ ਹੋਰ ਨੂੰ ਬਿਠਾ ਕੇ, ਪੁੱਤਰਾਂ ਦੀ ਥਾਂ 'ਤੇ ਕਿਸੇ ਹੋਰ ਨੂੰ ਬਿਠਾ ਕੇ ਚਲੇ ਜਾਓਗੇ। ਭਗਤ ਵਚਨ ਸੁਣ ਕੇ ਅਸਬਾਨੀ, ਕਿਤਕ ਕਾਰ ਲੋ ਦੂਸ਼ਣ ਠਾਨੀ। ਔਰ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬੜੇ ਧਿਆਨ ਦੇ ਨਾਲ, ਔਰ ਜਿਹੜਾ ਸਬਰ ਉਹਨਾਂ ਦੇ ਵਿੱਚ, ਉਹ ਤਾਂ ਕਿਸੇ ਵਿੱਚ ਹੋ ਵੀ ਨਹੀਂ ਸਕਦਾ। ਇਹ ਕਹੀਏ ਕਿ ਸਬਰ ਦੇ ਨਾਲ, ਜਿਗਰੇ ਦੇ ਨਾਲ ਸਾਰੀ ਗੱਲ ਚੁੱਪਚਾਪ ਸੁਣੀ, ਅਤੇ ਸਤਿਗੁਰੂ ਜੀ ਕੁਝ ਸਮਾਂ ਚੁੱਪ ਰਹੇ, ਸੁਣਦੇ ਰਹੇ। ਤੇ ਛਣਲੇ ਮੁਖਕ ਮੰਜਾਰੇ, ਅਰਧ ਚਰਬਕਾਰ ਗੇਰ ਅਗਾਰੀ। ਉਸੇ ਸਮੇਂ ਇੱਕ ਬਿੱਲੀ ਆਈ ਕਿ ਬਿੱਲੀ ਨੇ ਆਪਣੇ ਮੂੰਹ ਦੇ ਵਿੱਚ ਇੱਕ ਚੂਹੀ ਫੜੀ ਹੈ, ਜਿਹੜੀ ਅੱਧੇ ਕੁ ਨੇ ਚਬਾ ਲਈ। ਬਸ ਅੱਧੇ ਕੁ ਸਮਝੋ ਖਾ ਗਈ, ਅਤੇ ਅੱਧੇ ਕੁ ਜਿਹੜੀ ਬਿੱਲੀ, ਉਹ ਚੂਹੀ ਸੀ, ਬਿੱਲੀ ਦੇ ਮੂੰਹ ਵਿੱਚੋਂ ਡਿੱਗ ਗਈ। ਸਿੱਖਣ ਡਰਾਏ ਭੈ ਕਰ ਭਾਗੇ, ਮੁਖਕ ਪਰੇ ਰਹੇ ਤਹਿ ਆਗੇ। ਸਿੱਖਾਂ ਨੇ ਬਿੱਲੀ ਨੂੰ ਤੇ ਡਰਾ ਕੇ ਭਜਾ ਦਿੱਤਾ, ਭੱਜ ਗਈ, ਪਰ ਉਹ ਚੂਹੀ ਜਿਹੜੀ ਉੱਥੇ ਮੂੰਹ ਦੇ ਵਿੱਚੋਂ ਡਿੱਗ ਗਈ। ਉਹ ਅੱਧੀ ਖਾਧੀ ਹੋਈ, ਅੱਧੀ ਚਬਾਈ ਹੋਈ, ਉੱਥੇ ਡਿੱਗ ਗਈ ਚੂਹੀ। ਕਿਰਪਾ ਨਿਧਾਨ ਜਪੈ ਚਖ ਦੇਖੇ, ਕਰਨ ਸੁਲੱਖਣੀ ਨਿਸਬ ਸਿੱਖੀ। ਹੁਣ ਸਤਿਗੁਰੂ ਜੀ ਨੂੰ ਤਾਂ ਪਤਾ ਹੈ, ਉਹ ਤਾਂ ਅੰਤਰਜਾਮੀ ਨੇ, ਜਾਣਦੇ ਨੇ। ਇੱਥੇ ਗੁਰੂ ਸਾਹਿਬ ਨੇ ਸਿੱਖਾਂ ਦੇ ਵੀ ਤਸੱਲੀ ਕਰਾਉਣੀ ਹੈ। ਆਪਣੇ ਮਹਿਲ ਤੇ ਸਾਡੇ ਮਾਤਾ ਸੁਲੱਖਣੀ ਜੀ ਦੀ ਤਸੱਲੀ ਕਰਾਉਣੀ ਹੈ। ਗੁਰੂ ਸਾਹਿਬ ਨੇ ਉਹਨਾਂ ਦੀ ਤਸੱਲੀ ਕਰਾਉਣ ਵਾਸਤੇ ਫਿਰ ਇਹ ਬਚਨ ਕਹੇ, ਤੇ ਕਹੇ ਬਾਬਾ ਸ਼੍ਰੀ ਚੰਦ ਨੂੰ, ਸ਼੍ਰੀ ਚੰਦ ਸੋ ਗਿਰਾ ਅਲਾਏ, ਮੁਖਕ ਪਰੇ ਨਾ ਭਲ ਇਹ ਥਾਈ। ਸਤਿਗੁਰੂ ਜੀ ਕਹਿੰਦੇ ਨੇ ਸ਼੍ਰੀ ਚੰਦ ਨੂੰ ਕਿ ਪੁੱਤਰਾ ਦੇਖ, ਬਿੱਲੀ ਇੱਥੇ ਚੂਹੀ ਸੁੱਟ ਗਈ ਹੈ, ਉਰੇ ਤੇ ਚੰਗੀ ਨਹੀਂ ਲੱਗਦੀ, ਥੋੜ੍ਹੀ ਦੇਰ 'ਚ ਇਹਨੇ ਬੋ ਵੀ ਮਾਰਨੀ ਹੈ, ਇਹਨੂੰ ਫੜੋ, ਨਿਜ ਕਰ ਸੰਗ ਉਚਾਏ ਲੈ ਜਾਵੋ, ਬਾਹਰਦਾਰ ਗੇਰੋ ਪੁਨਿਆਵੋ। ਇਸ ਚੂਹੀ ਨੂੰ ਫੜੋ ਤੇ ਪੁੱਤਰ ਦਰਵਾਜ਼ੇ ਤੋਂ ਬਾਹਰ ਥੋੜ੍ਹਾ ਜਿਹਾ ਦੂਰ ਕਰਕੇ ਸੁੱਟ ਆਇਓ, ਫਿਰ ਆ ਜਿਓ। ਸ੍ਰੀ ਚੰਦ ਸੁਣ ਬੈਣ ਅਲਾਏ, ਦੇਖੇ ਮੈਂ ਇਸ਼ਟੀ ਬਹੁ ਥਾਏ। ਹੁਣ ਅੱਗੋਂ ਸ਼੍ਰੀ ਚੰਦ ਜੀ ਦਾ ਜਿਹੜਾ ਉੱਤਰ ਸੀ, ਇਹਦੇ ਵਿੱਚ ਹਉਮੈ ਵੀ ਹੈ, ਔਰ ਇਹ ਉੱਤਰ ਜਿਹੜਾ ਹੈ ਇੱਕ ਪੁੱਤਰ ਨੂੰ, ਆਪਣੇ ਪਿਤਾ ਨੂੰ ਇਵੇਂ ਦਾ ਨਹੀਂ ਦੇਣਾ ਚਾਹੀਦਾ। ਬਾਬਾ ਸ਼੍ਰੀ ਚੰਦ ਜੀ ਕਹਿੰਦੇ ਨੇ ਕਿ ਸਤਿਗੁਰੂ ਜੀ ਮੈਂ ਮਦਾਰੀ ਤੇ ਬੜੇ ਵੇਖੇ ਨੇ। ਹੁਣ ਇਹ ਸ਼ਬਦ ਜਿਹੜੇ ਉਦਾਹਰਨ ਦੇਣ ਲੱਗੇ ਨੇ, ਬਿਲਕੁਲ ਆਪਣੇ ਪਿਤਾ ਜੀ ਨੂੰ ਕਹਿ ਰਹੇ ਨੇ ਕਿ ਤੁਸੀਂ ਉਹਨਾਂ ਮਦਾਰੀਆਂ ਵਰਗੇ ਤੇ ਨਹੀਂ। ਇਹ ਕਹਿ ਲਈਏ ਕਿ ਕਹਿ ਹੀ ਦਿੱਤਾ ਕਿ ਗੁਰੂ ਪਿਤਾ ਜੀ ਮਦਾਰੀ ਤੇ ਮੈਂ ਬਹੁਤ ਵੇਖੇ ਨੇ। ਖਾਲਣ ਕੇ ਮੰਝਾਰ ਬਣਾਵਤ, ਪੰਖ ਕਬੂਤਰ ਕਰੇ ਉਡਾਵਤ। ਕਿਉਂਕਿ ਜਿਹੜੇ ਮਦਾਰੀ ਨੇ ਉਹ ਕਈ ਵਾਰੀ ਖੱਲ ਦੀ ਬਿੱਲੀ ਬਣਾ ਦਿੰਦੇ ਨੇ, ਉਹ ਖੰਭਾਂ ਦਾ ਕਬੂਤਰ ਬਣਾ ਦਿੰਦੇ ਨੇ, ਫਿਰ ਬਣਾ ਕੇ ਉਡਾ ਵੀ ਦਿੰਦੇ ਨੇ। ਇਵੇਂ ਦੇ ਮਦਾਰੀ ਸਾਡੇ ਅੱਜ ਦੇ ਬਾਬੇ ਬੜੇ ਨੇ ਕਿ ਜਿਨ੍ਹਾਂ ਨੂੰ ਇਹ ਸ਼ਬਦ ਕਹੇ ਜਾਂਦੇ ਨੇ ਕਿ ਇਹ ਤਾਂ ਮਹਾਂਪੁਰਸ਼ ਨੇ ਜੀ, ਇਹ ਜੋ ਕਹਿੰਦੇ ਨੇ ਉਹ ਸੱਚ ਹੋ ਜਾਂਦਾ ਹੈ। ਇਹ ਕੰਮ ਤਾਂ ਵੈਸੇ ਮਦਾਰੀ ਵੀ ਕਰਦੇ ਨੇ। ਔਰ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਨੇ ਕਿ ਮਦਾਰੀ ਇਵੇਂ ਦੇ ਕੰਮ ਕਰਦੇ ਨੇ। ਕਰੋ ਰੇਤ ਕਸ਼ ਤਿਨਹਿ ਸਮਾਨਾ, ਠੱਟਿਓ ਕਪਟ ਤੁਮ ਮੈਂ ਮਨ ਜਾਨਾ। ਸਤਿਗੁਰੂ ਜੀ ਤੁਸੀਂ ਵੀ ਉਹਨਾਂ ਮਦਾਰੀਆਂ ਵਰਗੇ ਕੁਝ ਕੰਮ ਕਰ ਰਹੇ ਹੋ। ਇਹ ਵੀ ਮੈਨੂੰ ਲੱਗਦਾ ਕਿ ਤੁਹਾਡਾ ਕੋਈ ਕੌਤਕ ਹੀ ਹੈ। ਇੱਥੇ ਨਾ ਕੋਈ ਬਿੱਲੀ ਆਈ ਨਾ ਕੁਝ ਵੀ, ਮੈਨੂੰ ਤਾਂ ਤੁਹਾਡਾ ਕੌਤਕ ਹੀ ਲੱਗਦਾ ਹੈ। ਸ਼ੂਕਰ ਕੂਕਰ ਨਿਜ ਸੰਗ ਲਾਏ, ਵਹਿਰ ਫਿਰੇ ਸਭ ਕੋ ਦਿਖਰਾਏ। ਕਿ ਗੁਰੂ ਪਿਤਾ ਜੀ ਕਦੇ ਤੁਸੀਂ ਬਾਹਰ ਆਪਣੇ ਅੱਗੇ ਸੂਰ ਲਾ ਲੈਂਦੇ ਹੋ, ਕੁੱਤੇ ਪਿੱਛੇ ਲਾ ਲੈਂਦੇ ਹੋ, ਸ਼ਿਕਾਰੀ ਬਣ ਕੇ ਬਾਹਰ ਫਿਰਦੇ ਹੋ, ਕਦੇ ਬਾਹਰ ਕਿਸੇ ਨੂੰ ਮੁਰਦਾ ਵਿਖਾਉਂਦੇ ਹੋ ਕਿ ਮੁਰਦਾ ਪਿਆ ਹੈ। ਕਰ ਕੈ ਦਿਓ ਤਿਹਾਵਲ ਸੋਈ, ਕੋ ਐਸੋ ਸ਼ਰ ਬਹੁਰੋ ਹੋਈ।
ਤੇ ਉਹ ਮੁਰਦਾ ਵੇਖ ਕੇ ਜਦੋਂ ਸਾਰੇ ਭੱਜ ਗਏ, ਉਹਨੂੰ ਤੁਸੀਂ ਕੜਾ ਪ੍ਰਸ਼ਾਦ ਬਣਾ ਦਿੱਤਾ। ਇਹ ਵੀ ਇਵੇਂ ਦਾ ਕੁਛ ਛਿਲਿਆਵਾਂ ਹੀ ਹੋਣਾ, ਬਿੱਲੀ ਤੇ ਚੂਹੀ ਵਾਲਾ। ਮੁਝ ਬਿਲੋਕਣੇ ਚਾਹੇ ਨਾ ਕੋਈ, ਹਉ ਨਾ ਉਚਾਵੂੰ ਮਿਰਤਕ ਜੋਈ। ਬਾਬਾ ਸ਼੍ਰੀ ਚੰਦ ਜੀ ਕਹਿੰਦੇ ਨੇ ਮੈਨੂੰ ਤੁਹਾਡੇ ਕੌਤਕ ਵੇਖਣ ਦੀ ਕੋਈ ਚਾਹਤ ਨਹੀਂ। ਉਰੇ ਜਿਹੜੀ ਮਰੀ ਹੋਈ ਚੂਹੀ ਜੇ ਸੱਚਮੁੱਚ ਵੀ ਮਰੀ ਹੋਈ ਤੇ ਮੇਰੇ ਤੋਂ ਨਹੀਂ ਜੇ ਚੁੱਕੀ ਜਾਂਦੀ, ਮੈਂ ਨਹੀਂ ਚੁੱਕਾਂਗਾ। ਅਸ ਕਹਿ ਤੂਸ਼ਣ ਮੁਕਤੇ ਠਾਨੀ, ਦੁਤਿਆ ਤਾਤ ਸੋ ਕਹਿ ਗੁਣ ਖਾਨੀ। ਕਹਿੰਦੇ ਸ਼੍ਰੀ ਚੰਦ ਨੇ ਇਸ ਤਰ੍ਹਾਂ ਦਾ ਕੋਰਾ ਕਰਾਰਾ ਤੇ ਕੁਝ ਸਖਤ ਜਵਾਬ ਦੇ ਕੇ ਚੁੱਪ ਹੋ ਗਏ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਆਪਣੇ ਦੂਸਰੇ ਪੁੱਤਰ ਨੂੰ ਫਿਰ ਉਹ ਬਚਨ ਕਹੇ, ਲਖਮੀ ਦਾਸ ਸੁਣੋ ਸੋ ਉਠਾਵੋ, ਨਿਕਟ ਨ ਨੀਕੇ ਵਹਿਰ ਬਗਾਵੋ। ਸਤਿਗੁਰੂ ਜੀ ਕਹਿੰਦੇ ਨੇ ਪੁੱਤਰ ਲక్ష్ਮੀ ਦਾਸ, ਕਹਿੰਦੇ ਚੂਹੀ ਨੂੰ ਤੂੰ ਹੀ ਬਾਹਰ ਸੁੱਟਿਆ, ਥੋੜਾ ਦੂਰ ਕਰਕੇ ਸੁੱਟੀ। ਤਬ ਬੋਲਿਓ ਸੋ ਸੁਣੀਏ ਤਾਤਾ, ਹਮਕੋ ਉਚਿਤ ਨ ਐਸੀ ਬਾਤਾ। ਬਾਬਾ ਲక్ష్ਮੀ ਦਾਸ ਨੇ ਵੀ ਉਸੇ ਤਰ੍ਹਾਂ ਦੇ ਜਵਾਬ ਦਿੱਤਾ, ਪਰ ਉਹਨਾਂ ਸਖਤ ਨਹੀਂ ਦਿੱਤਾ। ਕਹਿੰਦੇ ਗੁਰੂ ਪਿਤਾ ਜੀ ਸੁਣੋ ਕਿ ਸਾਡੇ ਵਾਸਤੇ ਇਵੇਂ ਦੀਆਂ ਗੱਲਾਂ ਜਿਹੜੀਆਂ ਉਚਿਤ ਨਹੀਂ। ਇੰਨੇ ਸੇਵਕ ਨੇ, ਇੰਨੇ ਨੌਕਰ ਚਾਕਰ ਨੇ, ਪਰ ਸਾਨੂੰ ਕੀ ਲੋੜ ਹੈ ਚੁੱਕਣ ਦੀ। ਮ੍ਰਿਤਕ ਮੁਖ ਕੇ ਹਾਥ ਨ ਲਾਵੋ, ਕਹਿਓ ਤਾਂ ਔਰ ਪਾਸ ਉਚਵਾਵੋ। ਸਤਿਗੁਰੂ ਜੀ ਇਹ ਤੇ ਮਰੀ ਹੋਈ ਚੂਹੀ, ਮੈਂ ਤੇ ਜਿਉਂਦੀ ਨੂੰ ਹੱਥ ਨ ਲਾਵਾਂ। ਜੇ ਤੁਸੀਂ ਕਹਿੰਦੇ ਹੋ ਹੁਕਮ ਕਰ ਦਿਓ ਤਾਂ ਕਿਸੇ ਹੋਰ ਨੂੰ ਕਹਿ ਕੇ ਚੁਕਵਾ ਜ਼ਰੂਰ ਦੇਣਾ, ਪਰ ਮੈਂ ਆਪ ਨਹੀਂ ਹੱਥ ਲਾਉਣਾ। ਅਸ ਕਹਿ ਤੂਸ਼ਣ ਮਾਨ ਬਿਸੇਖਾ, ਤਬ ਲਹਿਣੇ ਦਿਸ ਸ੍ਰੀ ਗੁਰੂ ਦੇਖਾ। ਇਸ ਤਰ੍ਹਾਂ ਕਹਿ ਕੇ ਲక్ష్ਮੀ ਦਾਸ ਵੀ ਚੁੱਪ ਹੋ ਗਏ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਉਦੋਂ ਭਾਈ ਲਹਿਣਾ ਜੀ ਵੇਲੇ ਮਾੜਾ ਜਿਹਾ ਦੇਖੀ ਹੈ। ਉਠੋ ਤੁਸੀਂ ਕਰਤਾਰ ਪਿਆਰੇ, ਮੂਖਕ ਚਾਏ ਵਹਿਰ ਦੇਹੁ ਡਾਰੇ। ਸਤਿਗੁਰੂ ਜੀ ਕਹਿੰਦੇ ਨੇ ਇਹ ਕਰਤਾਰ ਪਿਆਰੇ, ਇਹ ਰੱਬ ਦੇ ਪਿਆਰੇ, ਭਾਈ ਤੂੰ ਹੀ ਉੱਠ, ਉੱਠ ਕੇ ਚੂਹੀ ਨੂੰ ਫੜ ਕੇ ਸੁੱਟ ਬਾਹਰ। ਗੁਰੂ ਸਾਹਿਬ ਨੇ ਕੇਵਲ ਹਜੇ ਦੇਖਿਆ ਹੀ ਹੈ, ਅੱਖਾਂ ਦਾ ਇਸ਼ਾਰਾ ਹੀ ਕੀਤਾ ਹੈ ਕਿ ਇਹ ਕਰਤਾਰ ਪਿਆਰੇ, ਰੱਬ ਦੇ ਪਿਆਰੇ। ਅੱਗੋਂ ਤਾਂ ਕਹਿਣ ਦਾ ਮੌਕਾ ਦਿੱਤਾ ਹੀ ਨਹੀਂ ਕਿ ਚੂਹੀ ਨੂੰ ਫੜ ਜਾਂ ਦੂਰ ਸੁੱਟ ਗਿਆ। ਆਦੋ ਬਚਨ ਸੁਣਤ ਤਤਕਾਲਾ, ਉਠੇ ਉਠਾਏ ਤੁਰਤ ਵਿਸਾਲਾ। ਭਾਈ ਲਹਿਣਾ ਜੀ ਕਹਿੰਦੇ ਅੱਧਾ ਹੀ ਬਚਨ ਸੁਣ ਕੇ ਉਸੇ ਵੇਲੇ ਉੱਠ ਪਏ ਤੇ ਚੂਹੀ ਨੂੰ ਫੜ ਲੱਗਿਆ, ਕੁਝ ਨਹੀਂ ਦੇਖਿਆ, ਕੋਈ ਕਾਗਜ਼ ਲਵਾਂ ਕੱਪੜਾ ਲਵਾਂ, ਬਸ ਫੜੀ ਹੱਥ ਵਿੱਚ ਬਾਹਰ ਲੈ ਕੇ ਦੂਰ ਜਾ ਕੇ ਵਗਾ ਕੇ ਸੁੱਟ ਆਏ। ਕੇਤਕ ਦੂਰ ਜਾਏ ਸੋ ਡਾਰੇ, ਤੇਸ਼ਨ ਸ੍ਰੀ ਗੁਰ ਗਿਰਾ ਉਚਾਰੇ। ਭਾਈ ਲਹਿਣਾ ਜੀ ਤੇ ਚੂਹੀ ਫੜੀ ਦੂਰ ਜਾ ਕੇ ਸੁੱਟਣ ਚਲੇ ਗਏ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਫਿਰ ਬਚਨ ਕੀਤੇ, ਮੂਲੇ ਸੁਤਾ ਭਿਖੋ ਮਨ ਗੁਣੀਏ, ਇਹ ਨਿਜ ਸੁਤ ਸੋ ਪਰਸੁਤ ਜਣੀਏ। ਸਤਿਗੁਰੂ ਕਹਿੰਦੇ ਨੇ ਇਹ ਮੂਲ ਚੰਦ ਦੀ ਪੁੱਤਰੀ ਭਾਵ ਕੇ ਸੁਲੱਖਣੀ ਜੀ, ਕਹਿੰਦੇ ਦੇਖੋ ਆਪਣੇ ਪੁੱਤਰਾਂ ਦੀ ਇਹ ਹਾਲ ਵੀ ਦੇਖ ਲਓ, ਇਹਨਾਂ ਦੇ ਪਰਚੇ ਵੀ ਦੇਖ ਲਓ ਤੇ ਇਹਨਾਂ ਦੇ ਵਿਚਾਰ ਵੀ ਕਰ ਲਓ। ਮਾਨੇ ਕਹਿਓ ਨਾ ਬਚਨ ਕਦਾਈ, ਸੋ ਆਇਸ ਅਨੁਸਾਰ ਸਦਾਈ। ਸਤਿਗੁਰੂ ਕਹਿੰਦੇ ਨੇ ਸੁਲੱਖਣੀ ਜੀ ਇੱਕ ਪਾਸੇ ਸਾਡੇ ਇਹ ਪੁੱਤਰ ਨੇ ਜਿਨ੍ਹਾਂ ਨੇ ਸਾਡਾ ਕਦੇ ਵੀ ਕਹਿਣਾ ਨਹੀਂ ਮੰਨਿਆ, ਤੇ ਇੱਕ ਪਾਸੋਂ ਸੇਵਕ ਹੈ ਜਿਹਨੇ ਕਦੇ ਵੀ ਸਾਡਾ ਕਹਿਣਾ ਨਾ ਕੀਤੀ ਹੋਈ ਨੂੰ ਉਹਨੂੰ ਨਾ ਕਰਨ ਦੀ ਜਾਚ ਹੀ, ਉਹਨੇ ਸਤਿਬਚ ਨਹੀਂ ਕਹਿਣਾ ਹੈ। ਨਹਿ ਕਿਸਹੂ ਤੇ ਕਰ ਬਿਖੈ, ਸਭ ਕਰਤਾਰ ਅਧੀਨ। ਤੇ ਨਾਲ ਹੀ ਸਤਿਗੁਰੂ ਜੀ ਕਹਿੰਦੇ ਨੇ ਸੁਲੱਖਣੀ ਜੀ ਚਿੰਤਾ ਨਾ ਕਰੋ, ਇਹ ਕਿਸੇ ਤੇ ਕੋਈ ਵਸ ਨਹੀਂ। ਇਹ ਜਵਾਬ ਦਿੰਦੇ ਨੇ, ਇਹਨਾਂ ਦੇ ਵੀ ਵਸ ਕੋਈ ਨਹੀਂ। ਜਿਹੜਾ ਸਤਿਬਚਨ ਕਰਕੇ ਮੰਨਦਾ ਵਸ ਹੁੰਦੇ ਵੀ ਕੋਈ ਨਹੀਂ। ਇਹ ਹੈ ਸਭ ਕੁਛ ਕਰਤਾਰ ਦੇ ਵਸ, ਉਹਦੇ ਅਧੀਨ ਹੀ ਹੈ, ਉਹਦੇ ਹੁਕਮ ਵਿੱਚ ਹੀ ਹੋ ਰਿਹਾ ਹੈ।
जिस पर करना दृष्ट है वो तिन्हें वस्त ਇਹ ਲੀਨ। ਇਹ ਜਿਹੜੇ ਹੁਕਮ ਵਾਲੀ ਵਸਤੂ ਨੇ ਤੇ ਜਿੰਦੇ ਤੇ ਕਿਰਪਾ ਪਰਮੇਸ਼ਰ ਦੀ ਹੋ ਜਾਵੇ ਬਸ ਉਹਨੇ ਹੀ ਪ੍ਰਾਪਤ ਕਰਨੀ ਹੈ। ਜਿਸ ਧਰਣੀ ਮੈਂ ਹੋਏ ਨਿਧਾਨਾ, ਜਿਸ ਧਰਤੀ ਮੈਂ ਹੋਏ ਨਿਵਾਨਾ, ਤਿਹ ਜਲ ਜਾਵੇ ਟਿਕੇ ਮਹਾਨਾ। ਸਤਿਗੁਰੂ ਕਹਿੰਦੇ ਨੇ ਸੁਲੱਖਣੀ ਜੀ ਇਹ ਤਾਂ ਹਕੀਕਤ ਹੈ ਨਾ, ਧਰਤੀ 'ਤੇ ਜਿਹੜੀ ਥਾਂ 'ਤੇ ਨਿਵਾਣ ਹੋਵੇ ਪਾਣੀ ਉੱਧਰ ਨੂੰ ਆਪਣੇ ਆਪ ਹੀ ਜਾਂਦਾ ਹੈ, ਪਾਣੀ ਉੱਥੇ ਜਾ ਕੇ ਰੁਕਦਾ ਵੀ ਹੈ। ਟਿੱਬਾ ਜਹਾਂ ਉਚੇਰਾ ਹੋਏ ਤਹ ਜਲ ਬੂੰਦ ਟਿਕੇ ਨਹ ਕੋਈ। ਪਰ ਜਿਹੜਾ ਪਹਿਲੋਂ ਟਿੱਬਾ ਬਹੁਤਾ ਉੱਚਾ ਬਣਿਆ ਹੋਵੇ ਉੱਥੇ ਤਾਂ ਪਾਣੀ ਦੀ ਇੱਕ ਬੂੰਦ ਨਹੀਂ ਟਿਕਦੀ। ਜਿੰਨਾ ਮਰਜ਼ੀ ਮੀਂਹ ਪੈ ਜੇ ਨਾਲ ਦੀ ਨਾਲ ਮੀਂਹ ਰੁਕਣ ਦੀ ਡੇਰ ਹੈ, ਉਹ ਟਿੱਬਾ ਸੁੱਕੇ ਦਾ ਸੁੱਕਾ ਹੀ, ਉੱਥੇ ਬੂੰਦ ਨਹੀਂ ਟਿਕਦੀ। ਕਿ ਜਿੱਥੇ ਹੰਕਾਰ ਦੇ ਏਡੇ ਏਡੇ ਮਨਾਂ ਦੇ ਅੰਦਰ ਟਿੱਬੇ ਬਣੇ ਹੋਣ, ਤੁਸੀਂ ਚਾਹੁੰਦੇ ਕਿ ਉੱਥੇ ਗੁਰੂ ਨਾਨਕ ਸਾਹਿਬ ਦੀ ਜੋਤ ਉੱਥੇ ਜਾ ਕੇ ਟਿਕੇ। ਸੁਣ ਕੈ ਬਚਨ ਦੇਖ ਨਿਜ ਨੈਣਾ, ਗਈ ਸੁਲੱਖਣੀ ਉੱਠ ਨਿਜ ਐਨਾ। ਗੁਰੂ ਸਾਹਿਬ ਦੇ ਪਾਵਨ ਬਚਨ ਸੁਣ ਕੇ ਮਾਤਾ ਸੁਲੱਖਣੀ ਜੀ ਜਿਹੜੇ ਚੁੱਪ ਹੋ ਗਏ, ਫਿਰ ਕੁਝ ਨਹੀਂ ਬੋਲੇ, ਨਮਸਕਾਰ ਕੀਤੀ, ਉੱਠ ਕੇ ਘਰ ਨੂੰ ਚਲੇ ਗਏ। ਕੇਤਕ ਦਿਵਸ ਜਬ ਬਿਤੇ ਬਹੋਰੀ, ਪਰਖਣ ਕੇ ਠਾਨੀ ਬਿਦਿਉਰੀ। ਜਦੋਂ ਕੁਝ ਦਿਨ ਇਸੇ ਤਰ੍ਹਾਂ ਬੀਤ ਗਏ ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਹੋਰ ਪਰਖ ਕਰਨਾ ਚਾਹੁੰਦੇ ਨੇ। ਇਹ ਪਰਖ ਕੇਵਲ ਭਾਈ ਲਹਿਣੇ ਦੀ ਜੀ ਨਹੀਂ, ਇੱਥੇ ਤਾਂ ਗੁਰੂ ਸਾਹਿਬ ਜੀ ਜਾਣਦੇ ਨੇ ਕਿ ਕੱਲ੍ਹ ਨੂੰ ਅੱਜ ਸੁਲੱਖਣੀ ਜੀ ਨੇ ਸਵਾਲ ਚੁੱਕੇ, ਕੋਈ ਹੋਰ ਵੀ ਸਵਾਲ ਨਾ ਚੁੱਕੇ ਕਿ ਪੁੱਤਰਾਂ ਨੂੰ ਛੱਡ ਕੇ ਆਪਣੀ ਥਾਂ ਤੇ ਕਿਸੇ ਸਿੱਖ ਨੂੰ ਬਿਠਾ ਦਿੱਤਾ। ਸਾਰਿਆਂ ਦੀ ਤਸੱਲੀ ਕਰਾਉਣ ਵਾਸਤੇ ਗੁਰੂ ਸਾਹਿਬ ਜੀ ਫਿਰ ਕੁਝ ਹੋਰ ਪਰਖ ਕਰਨਾ ਚਾਹੁੰਦੇ ਨੇ। ਹੋਰ ਪਰਖ ਕਰਨ ਦੇ ਅੱਗੇ ਬਿਉਂਤ ਬਣਾਉਂਦੇ ਨੇ। ਭਾਵ ਅਦੁੰਬ ਤਾਰਨ ਗੁਰ ਪੋਤਾ, ਜਾਮਣ ਏਕ ਭਾਉ ਨਿਜ ਸੋਤਾ। ਭਾਵ ਅਬੁੰਦ ਤਾਰਨ ਗੁਰ ਪੋਤਾ, ਇੱਥੇ ਪੋਤਾ ਦਾ ਅਰਥ ਜਹਾਜ਼। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿਹੜੇ ਸੰਸਾਰ ਸਮੁੰਦਰ ਤੋਂ ਤਾਰਨ ਵਾਸਤੇ ਇੱਕ ਵੱਡੇ ਜਹਾਜ਼ ਨੇ, ਉਹ ਆਪਣੇ ਰੰਗ ਦੇ ਵਿੱਚ ਇੱਕ ਦਿਨ ਸੁੱਤੇ ਪਏ ਨੇ, ਆਰਾਮ ਕਰਦੇ ਨੇ। ਅੱਧੀ ਰਾਤ ਦਾ ਸਮਾਂ ਹੋਇਆ, ਉਹ ਪੈ ਤਾਤ ਤੇ ਕਾਲ ਸਮੀਪਾ। ਸਿਰੇ ਸੱਸ ਪ੍ਰਤ ਤਬ ਨਿਕਟ ਬੁਲੀਪਾ। ਦੋਵੇਂ ਪੁੱਤਰ ਬਾਬਾ ਸ਼੍ਰੀ ਚੰਦ ਜੀ, ਲਖਮੀ ਦਾਸ ਜੀ, ਗੁਰੂ ਸਾਹਿਬ ਜੀ ਦੇ ਉਦੋਂ ਕੋਲ ਹੀ ਸਨ। ਗੁਰੂ ਸਾਹਿਬ ਜੀ ਨੇ ਉਹਨਾਂ ਦੇ ਵਿੱਚੋਂ ਸ਼੍ਰੀ ਚੰਦ ਨੂੰ ਆਪਣੇ ਕੋਲ ਬੁਲਾਇਆ, ਆਵਾਜ਼ ਮਾਰੀ ਕਿ ਪੁੱਤਰ ਸ਼੍ਰੀ ਚੰਦ, ਤਾਤ ਸੰਭਿਆਨ ਧੂਣ ਧਰ ਜਈਏ। ਸੋਖਤ ਕਰ ਤੂਰਨ ਟਿਕ ਲਿਆਈਏ। ਸਤਿਗੁਰੂ ਕਹਿੰਦੇ ਨੇ ਪੁੱਤਰ ਸ਼੍ਰੀ ਚੰਦ ਆ ਚਾਦਰਾਂ ਲੈ ਜਾ, ਕਿਉਂਕਿ ਗੁਰੂ ਸਾਹਿਬ ਜਦੋਂ ਚਾਦਰੇ ਬੰਨ੍ਹਦੇ ਹੁੰਦੇ ਸਨ, ਜਿਹਨੂੰ ਲੱਕ ਦੀ ਸਾਡੇ ਪਿੰਡਾਂ ਵੱਲ ਕਹਿੰਦੇ ਸਨ, ਕਿ ਇਹ ਜਿਹੜੇ ਲੱਕ ਬੰਨ੍ਹਣ ਵਾਲੀ ਚਾਦਰ ਹੈ, ਇਹ ਚਾਦਰ ਨੂੰ ਲੈ ਜਾਓ। ਬਾਹਰ ਛੋਟਾ ਜਿਹਾ ਸਰੋਵਰ ਹੈ, ਪਾਣੀ ਖੜਾ ਹੈ, ਇਹਦੇ ਵਿੱਚ ਧੋ ਕੇ ਤੇ ਇਹਨੂੰ ਜਿੰਨੀ ਛੇਤੀ ਹੋਵੇ ਸੁਕਾ ਕੇ ਲਿਆਓ। ਠੰਡ ਦੇ ਦਿਨ ਨੇ, ਅੱਧੀ ਰਾਤ ਦਾ ਸਮਾਂ ਹੈ। ਬਾਸਰ ਤਾਤ ਕਹਿਤ ਹਮ ਸ਼ਰਮਤ ਕਰਨ ਤੇ, ਕੋਮਲ ਕਰ ਹਮ ਨਿਸ਼ਾ ਠਰਨ ਤੇ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਨੇ ਕਿ ਗੁਰੂ ਪਿਤਾ ਜੀ ਮੈਂ ਤਾਂ ਥੱਕਿਆ ਬੜਾ ਹੋਇਆ। ਆ ਉੱਤੇ ਜਿਹੜੇ ਰਜਾਈ ਲਈ ਕੰਬਲ ਲਈ ਲਾਉਣ ਨੂੰ ਦਿਲ ਥੋੜ੍ਹੀ ਕਰਦਾ ਹੈ, ਹੱਥ ਵੀ ਕੂਲੇ ਕੂਲੇ ਨੇ, ਬਾਹਰ ਠੰਡ ਵੀ ਬੜੀ ਹੈ ਤੇ ਇੰਨੀ ਠੰਡ ਦੇ ਵਿੱਚ ਮੇਰੇ ਤੋਂ ਕਿੱਥੇ ਉੱਠਿਆ ਜਾਣਾ ਜੀ। ਬਸ ਰਹਿ ਪ੍ਰਿਤ ਧੋਕਰ ਲਿਆਵੈ, ਹਮ ਤੇ ਯਹ ਕ੍ਰਿਤ ਹੋਏ ਨ ਆਵੈ। ਕਿ ਗੁਰੂ ਪਿਤਾ ਜੀ ਮੇਰੇ ਤੋਂ ਇਹ ਕੰਮ ਕਿੱਥੇ ਹੋਣਾ ਜੀ, ਹੁਣ ਤੇ ਅੱਧੀ ਰਾਤ ਇੰਨੀ ਠੰਡ ਵਿੱਚ ਦਿਨ 'ਚ ਵੀ ਨਹੀਂ ਹੋਣਾ, ਤੇ ਇੰਨੀ ਕਾਹਲੀ ਵੀ ਕਹਿਤੀ ਹੈ, ਦਿਨ ਚੜ੍ਹਨਾ ਹੀ ਹੈ। ਦਿਨ ਚੜ੍ਹੇਗਾ, ਕਿਸੇ ਨੌਕਰ ਨੂੰ ਕਵਾਂਗਾ ਉਹ ਧੋ ਕੇ ਲਿਆ ਦੇਗਾ, ਸੁਕਾ ਕੇ ਲਿਆ ਦੇਗਾ। ਲਗ ਸੁਤ ਪ੍ਰਤ ਜਬ ਕਹੈ ਗੁਰ ਐਸੇ,
ਪ੍ਰਤ ਉੱਤਰ ਸੋ ਕਹੀ ਹੂੰ ਕੈਸੇ। ਸਤਿਗੁਰੂ ਜੀ ਨੇ ਉਹ ਹੀ ਬਚਨ ਛੋਟੇ ਪੁੱਤਰ ਸ਼੍ਰੀ ਲక్ష్ਮੀ ਦਾਸ ਜੀ ਨੂੰ ਕਹੇ ਕਿ ਪੁੱਤਰ ਤੂੰ ਹੀ ਜਾ ਧੂਕ ਲਿਆ, ਇਹਨੂੰ ਸਕਾ ਲਿਆ। ਉਹਨਾਂ ਵੀ ਅੱਗੋਂ ਬਿਲਕੁਲ ਉਸੇ ਤਰ੍ਹਾਂ ਦਾ ਮੋੜਵਾ ਜਿਹੜਾ ਉੱਤਰ ਦਿੱਤਾ ਕਿ ਮੈਂ ਕਿਵੇਂ ਧੂਵਾਂ ਇੰਨੀ ਠੰਡ ਦੇ ਵਿੱਚ। ਜਬ ਲਹਿਣੇ ਪ੍ਰਤ ਸਤਿਗੁਰੂ ਭਾਖਾ, ਹਮ ਚਾਦਰ ਪੁਰਖਾ ਧੋ ਲਾਖਾ। ਸਤਿਗੁਰੂ ਕਹਿੰਦੇ ਨੇ ਭਾਈ ਲਹਿਣਾ ਜੀ ਨੂੰ ਕਿ ਭਾਈ ਪੁਰਖਾ ਤੂੰ ਜਾ, ਚਾਦਰਾ ਹੁਣੇ ਧੋ ਕੇ ਲਿਆਉਣਾ, ਸੁਕਾ ਕੇ ਲਿਆਉਣਾ ਹੈ। ਤਬੇ ਉੱਠਿਓ ਲਹਿਣਾ ਬੜ ਭਾਗਾ, ਸਰ ਮਹਿ ਜਾਂ ਪਟ ਧੋਵਣ ਲਾਗਾ। ਵੱਡੇ ਭਾਗਾਂ ਵਾਲੇ ਭਾਈ ਲਹਿਣਾ ਜੀ ਕਹਿੰਦੇ ਉਸੇ ਵੇਲੇ ਸਤ ਬਚਨ ਕਹਿ ਕੇ ਉੱਠੇ। ਅੱਧੀ ਰਾਤ ਨੂੰ ਬਾਹਰ ਜਿਹੜਾ ਖੜਿਆ ਹੋਇਆ ਪਾਣੀ ਚੱਲਦਾ ਨਹੀਂ, ਸਰੋਵਰ ਦਾ ਪਾਣੀ ਖੜਿਆ ਹੋਇਆ, ਉਹਦੇ ਵਿੱਚ ਜਾ ਕੇ ਉਸ ਚਾਦਰ ਨੂੰ ਧੋਣ ਲੱਗ ਪਏ। ਬਾਸਰ ਅਰਧ ਭਾਨ ਖਯਨ ਪਰਤੂ, ਲੱਖ ਲਹਿਣੇ ਮਨ ਅਚਰਜ ਸੰਤੂ। ਜਦੋਂ ਭਾਈ ਲਹਿਣਾ ਜੀ ਚਾਦਰ ਧੋਂਦੇ ਨੇ ਤੇ ਇੱਕਦਮ ਇਸ ਤਰ੍ਹਾਂ ਪ੍ਰਤੀਕ ਹੋਇਆ ਕਿ ਜਿਵੇਂ ਸੂਰਜ ਚੜ੍ਹ ਗਿਆ ਹੋਵੇ। ਚਾਦਰ ਨੂੰ ਵੀ ਧੋਂਦੇ ਨੇ, ਹੈਰਾਨ ਵੀ ਹੁੰਦੇ ਨੇ। ਔਰ ਉਸ ਜਿਵੇਂ ਧੁੱਪ ਦੇ ਵਿੱਚ ਚਾਦਰ ਨੂੰ ਸੁਕਾਇਆ, ਇੱਕਦਮ ਛੇਤੀ ਦੇ ਨਾਲ ਚਾਦਰ ਸੁੱਕ ਵੀ ਗਈ। ਧੋਏ ਸੁਕਾਏ ਚੈਰ ਲਾਇਆ ਵਾ, ਧਰ ਸਤਿਗੁਰ ਟਿਕ ਭਾਰ ਨਿਵਾਵਾ। ਉਹ ਅੱਧੇ ਰਾਤ ਨੂੰ ਚਾਦਰ ਧੋ ਕੇ ਇਸ ਤਰ੍ਹਾਂ ਸੁਕਾਈ ਜਿਵੇਂ ਦੁਪਹਿਰ ਦੇ ਵਿੱਚ ਸੁਕਾ ਰਹੇ ਹੋ। ਲਿਆ ਕੇ ਸੁਕਾ ਕੇ ਸਤਿਗੁਰੂ ਦੇ ਚਰਨਾਂ ਵਿੱਚ ਰੱਖ ਕੇ ਮੱਥਾ ਟੇਕਿਆ। ਮੱਥਾ ਜਿਹੜਾ ਹੈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਟਿਕਾਇਆ ਹੈ। ਜਗਤੇਸਰ ਨਿਜ ਭਾਣ ਉਠਾਇਓ, ਕਹਿ ਸੁਮਤੇ ਜਗ ਅਪਰ ਨ ਜਾਇਓ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥਾਂ ਦੇ ਨਾਲ ਭਾਈ ਲਹਿਣਾ ਜੀ ਦਾ ਮੱਥਾ ਚੁੱਕਿਆ, ਉੱਤੇ ਬਿਠਾਉਂਦੇ ਹੋਏ ਕਹਿੰਦੇ ਨੇ ਸੁਮਤੇ, ਇਹ ਚੰਗੇ ਮੱਤ ਵਾਲੇ ਭਾਈ, ਤੇਰੇ ਵਰਗਾ ਸੰਸਾਰ ਦੇ ਵਿੱਚ ਹੋਰ ਕੋਈ ਨਹੀਂ ਜੰਮਿਆ ਨਾ ਜੰਮਣਾ ਹੈ। ਤੇਰੇ ਵਰਗਾ ਸੰਸਾਰ 'ਚ ਨਾ ਕੋਈ ਹੋਇਆ ਨਾ ਹੋਣਾ ਹੈ। ਕਿਤਕ ਨਿਸਾਥੇ ਪਟ ਤੋ ਆਨੇ, ਤੇਰੇ ਗਤ ਤੂੰ ਜਾਣ ਬਖਾਨੇ। ਕਿ ਕਿੰਨੇ ਰਾਤ ਨੂੰ ਜਦੋਂ ਚਾਦਰਾ ਧੋ ਕੇ ਤੂੰ ਲਿਆਂਦਾ ਹੈ। ਭਾਈ ਲਹਿਣੇ ਨੂੰ ਕਹਿੰਦੇ ਨੇ ਪੁਰਖਾ ਤੁਹਾਡੀ ਗਤੀ ਤੁਸੀਂ ਹੀ ਜਾਣਦੇ ਹੋ। ਪਰ ਭਾਈ ਲਹਿਣਾ ਜੀ ਹੱਥ ਜੋੜ ਕੇ ਕਹਿੰਦੇ ਨੇ ਸਤਿਗੁਰੂ ਜੀ ਸਾਰੇ ਤੁਹਾਡੀ ਕਿਰਪਾ ਹੈ, ਗਤੀ ਤੇ ਤੁਹਾਡੀ ਨਹੀਂ ਜਾਣੀ ਜਾ ਸਕਦੀ। ਸਤਿਗੁਰ ਕਹੈ ਜੋ ਵਸਤ ਹੈ ਭਾਗ ਜਿਸ ਸੋ ਪਾਏ। ਇਹ ਕਹਿ ਕੇ ਸਤਿਗੁਰੂ ਜੀ ਨਾਲੇ ਮੁਸਕਰਾਉਂਦੇ ਤੇ ਨਾਲੇ ਸੁਣਾ ਕੇ ਕਹਿੰਦੇ ਨੇ, ਸਿੱਖ ਵੀ ਸੁਣ ਰਹੇ ਨੇ, ਗੁਰੂ ਸਾਹਿਬ ਦੇ ਦੋਵੇਂ ਪੁੱਤਰ ਵੀ ਸੁਣ ਰਹੇ ਨੇ। ਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਜਿਹੜੀ ਵਸਤੂ ਜਿੰਦੇ ਭਾਗਾਂ ਦੇ ਵਿੱਚ ਹੁੰਦੀ ਹੈ ਨਾ, ਮਿਲਦੀ ਉਹਨੂੰ ਹੀ ਹੈ। ਬਿਨ ਭਾਗਾ ਨਹਿ ਮਿਲਤ ਹੈ ਕੋਟਕ ਜਤਨ ਕਮਾਏ। ਤੇ ਜੇ ਭਾਗਾਂ ਵਿੱਚ ਜਿਹੜੀ ਚੀਜ਼ ਨਹੀਂ, ਫਿਰ ਭਾਵੇਂ ਕਰੋੜਾਂ ਹੀ ਯਤਨ ਬੰਦਾ ਕਰ ਲੇ, ਉਹ ਯਤਨ ਕਰਿਆ ਵੀ ਨਹੀਂ ਮਿਲ ਸਕਦੀ। ਅਪਰ ਪ੍ਰੀਖਿਆ ਲੈਣ ਕੇ ਸਤਿਗੁਰ ਕੇ ਮਨ ਚਾਹੇ। ਕਵੀ ਰਾਜ ਅੱਗੇ ਲਿਖਦੇ ਨੇ ਕਿ ਗੁਰੂ ਸਾਹਿਬ ਦੀ ਚਾਹਤ ਹੈ ਕੁਝ ਪ੍ਰੀਖਿਆ ਹੋਰ ਲਈ ਜਾਵੇ, ਕਿ ਕਿਸੇ ਤਰ੍ਹਾਂ ਦਾ ਕੋਈ ਸਵਾਲ ਕਰ ਹੀ ਨਾ ਸਕੇ। ਇਹ ਜਿਹੜੇ ਪੁੱਤਰ ਨੇ ਇਹ ਵੀ ਕੱਲ੍ਹ ਨੂੰ ਕਹਿ ਹੀ ਨਾ ਸਕਣ, ਇਸ ਗੱਲ ਨੂੰ ਕਹਿ ਹੀ ਨਾ ਸਕਣ। ਉਹ ਪਰਖ ਗੁਰੂ ਸਾਹਿਬ ਜੀ ਅੱਗੇ ਜਿਹੜੀ ਹੋਰ ਲੈਂਦੇ ਨੇ, ਉਹ ਆਪਾਂ ਕੱਲ੍ਹ ਵਿਚਾਰਾਂਗੇ। ਸਮੇਂ ਦੇ ਮੁਤਾਬਕ ਕਿਤਨੀ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ।